Today I am going to teach you IELTS writing task 2. In the previous videos, I have defined different types of writing task 2 along with the sample answer. I mean to say almost I have covered all types. If you have not watched those videos yet, please visit to my channel English for Beginners and watch them. Now we look at the statement of this one writing task 2. Recently, genetically modified foods become a new solution to agriculture productivity. Discuss the advantage and disadvantage. Firstly, ਆਪਾਂ ਨੂੰ ਅੰਡਰਸਟੈਂਡ ਕੀ ਹੋਇਆ ਸਟੇਟਮੈਂਟ ਨੂੰ ਰੀਡ ਕਰਕੇ ਕਿ ਕਿਹੜੀ ਟਾਈਪ ਹੈ ਇਹਦੇ ਵਿੱਚ, ਕਿਹੜੀ ਹੈ ਐਡਵਾਂਟੇਜ ਤੇ ਡਿਸਐਡਵਾਂਟੇਜ ਵਾਲੀ। ਜਦੋਂ ਐਂਡ ਸੈਂਟਰ ਵਿੱਚ ਹੋਵੇ ਮੀਨਸ ਜਿੱਥੇ ਔਰ ਹੋਵੇ ਤਾਂ ਫਿਰ ਆਪਾਂ ਇੱਕ ਸਾਈਡ ਜਾਣਾ ਹੁੰਦਾ, ਜਦੋਂ ਐਂਡ ਹੋਵੇ ਆਪਾਂ ਦੋਨੇ ਸਾਈਡ ਨੂੰ ਡਿਸਕਸ ਕਰਨਾ ਹੁੰਦਾ। ਮੀਨਸ ਆਪਾਂ ਇੱਕ ਵੀ ਐਡਵਾਂਟੇਜ ਦਾ ਲਿਖਾਂਗੇ, ਦੂਸਰਾ ਡਿਸਐਡਵਾਂਟੇਜ ਦਾ ਲਿਖਾਂਗੇ। ਇੰਟਰੋ ਦੇ ਕਨਕਲੂਜਨ ਐਜ਼ ਇਟ ਇਜ਼ ਹੀ ਰਹੇਗਾ। ਫਸਟਲੀ ਆਪਾਂ ਇਹ ਦੇਖਣਾ ਵੀ ਜਿਹੜੇ ਜੈਨੇਟਿਕਲ ਮੋਡੀਫਾਈਡ ਫੂਡਸ ਇਹ ਕਿਹੜੇ ਹੁੰਦੇ ਆ। ਇਹ ਉਹ ਫੂਡਸ ਹੁੰਦੇ ਜਿਨ੍ਹਾਂ ਦੇ ਜੀਨਸ ਨੂੰ ਚੇਂਜ ਕਰਕੇ ਮੀਨਸ ਕਿ ਨੈਚੁਰਲ ਫੂਡ ਆ ਉਹਦੇ ਜੀਨਸ ਨੂੰ ਚੇਂਜ ਕੀਤਾ ਜਾਂਦਾ ਵਾ, ਦੂਸਰੇ ਫੂਡ 'ਚ ਪਾ ਦਿੱਤਾ ਜਾਂਦਾ ਜਿਹਦੇ ਨਾਲ ਉਹਦੀ ਡਿਊਰੇਬਿਲਿਟੀ ਇਨਕਰੀਜ਼ ਹੋਵੇ ਤੇ ਉਹ ਜਲਦੀ ਗਰੋ ਕਰ ਸਕਣ ਤੇ ਮੀਨਸ ਇਹਦੀਆਂ ਟਾਈਪਸ ਬਣਾ ਦਿੰਦੇ ਆ। ਫੋਰ ਐਗਜ਼ਾਮਪਲ ਜਿਵੇਂ ਐਪਲ ਆ, ਆਪਾਂ ਨੂੰ ਸਿਰਫ ਇੱਕ ਟਾਈਪ ਦਾ ਐਪਲ ਪਤਾ ਹੈ। ਆਪਣੀ ਮੀਨਸ ਇਸ ਵਰਲਡ ਦੇ ਵਿੱਚ ਇੰਨੇ ਜ਼ਿਆਦਾ ਐਪਲ ਆ ਕਿ ਇੱਕ ਪਰਸਨ 1.5 ਸਾਲ ਅਲੱਗ-ਅਲੱਗ ਟਾਈਪਸ ਐਪਲਸ ਦੀਆਂ ਡੇਲੀ ਕੰਜ਼ਿਊਮ ਕਰ ਸਕਦਾ। ਇਹ ਕਿਹਦੇ ਨਾਲ ਕਰਕੇ ਹੈ? ਇਸ ਟਾਈਪ ਦੇ ਫੂਡ ਕਰਕੇ, ਇਸ ਟਾਈਪ ਦੀ ਐਗਰੀਕਲਚਰ ਕਰਕੇ। ਜੇ ਤੁਹਾਨੂੰ ਫਿਰ ਵੀ ਥੋੜਾ ਕਨਫਿਊਜ਼ਨ ਆ, ਮੈਂ ਜਸਟ ਹਿੰਟ ਦਿੱਤਾ ਵਾ ਤੁਹਾਨੂੰ। ਇਹ ਡੀਪਲੀ ਤੁਸੀਂ ਰੀਡ ਕਰਨਾ ਤਾਂ ਗੂਗਲ ਤੇ ਤੁਸੀਂ GM ਫੂਡ ਮੀਨਸ ਨੋਟ ਡਾਊਨ ਕਰਕੇ ਇਹਦੇ ਬਾਰੇ ਹੋਰ ਨੌਲੇਜ ਜਿਹੜੀ ਆ ਗੇਨ ਕਰ ਸਕਦੇ ਵੀ ਇਹ ਕਿਹੜੇ ਟਾਈਪ ਦੇ ਫੂਡ ਨੇ। ਮੋਸਟਲੀ ਇਹ ਫੂਡ ਹੀ ਹੁੰਦੇ ਆ ਜਿਨ੍ਹਾਂ ਦੇ ਜੀਨਸ ਚੇਂਜ ਕਰਕੇ ਨਿਊ ਇੱਕ ਟਾਈਪ ਬਣਾ ਦਿੱਤੀ ਜਾਂਦੀ ਆ ਨਵੇਂ ਫੂਡ ਦੀ। ਉਹ ਸਿਮਿਲਰ ਹੁੰਦੀ ਆ ਬਟ ਉਹਦੇ ਕੀ ਆ ਕਿ ਉਹ ਡਿਫਰੈਂਟ ਟਾਈਪ ਦਾ ਬਣ ਜਾਂਦਾ ਵਾ। ਤੇ ਫੂਡ ਦੀ ਜ਼ਰੂਰਤ ਕਿਉਂ ਆ? ਕਿਉਂਕਿ ਅੱਜ ਕੱਲ੍ਹ ਪੋਪੂਲੇਸ਼ਨ ਬਹੁਤ ਇਨਕਰੀਜ਼ ਹੋ ਰਹੀ ਹੈ, ਜਿਹਦੇ ਨਾਲ ਉਹਨਾਂ ਦੀ ਹੰਗਰ ਨੂੰ ਫੁੱਲਫਿਲ ਕਰਨ ਦੇ ਲਈ ਟੈਕਨੋਲੋਜੀ ਦੇ ਥਰੂ ਇਹ ਲਾਂਚ ਕੀਤੀਆਂ ਗਈਆਂ ਵਾ ਐਵੇਂ ਦੀਆਂ ਟਾਈਪਸ ਜਿਹੜੀਆਂ ਐਗਰੀਕਲਚਰ ਵਿੱਚ ਮੀਨਸ ਫਾਰਮਿੰਗ ਦੇ ਵਿੱਚ, ਜਿਹਦੇ ਨਾਲ ਕੀ ਹੈ ਲੋਕਾਂ ਦੀ ਹੰਗਰ ਨੂੰ ਕੰਪਲੀਟ ਕਰ ਸਕਣ। ਤੇ ਇਹ ਆਪ ਨੂੰ ਸਟੇਟਮੈਂਟ ਕੀ ਕਹਿ ਰਿਹਾ ਵੀ ਜਿਹੜਾ ਇਸ ਤਰ੍ਹਾਂ ਦੇ ਫੂਡਸ ਆ ਉਹ ਇੱਕ ਨਵਾਂ ਇੱਕ ਸੋਲਿਊਸ਼ਨ ਹੈ ਐਗਰੀਕਲਚਰ ਦੀ ਪ੍ਰੋਡਕਟਿਵਿਟੀ ਵਿੱਚ। ਇਹਦੇ ਕੀ ਐਡਵਾਂਟੇਜ ਤੇ ਕੀ ਡਿਸਐਡਵਾਂਟੇਜ ਆ। ਫਸਟਲੀ ਆਪਾਂ ਕੀ ਲਿਖਣਾ ਹੁੰਦਾ ਵਾ? ਇੰਟਰੋਡਕਸ਼ਨ। ਇੰਟਰੋਡਕਸ਼ਨ ਕਿਹਨੂੰ ਕਹਿੰਦੇ ਆ? ਵੀ ਆਪਾਂ ਜਿਹੜੀ ਆਪਣੀ ਸਟੇਟਮੈਂਟ ਗਿਵਨ ਆ ਉਹਨੂੰ ਰੀਫਰੇਸ ਕਰ ਦੇਣਾ ਤੇ ਆਪਣਾ ਥੀਸਿਸ ਦੇਣਾ। ਜੇ ਆਪਣੇ ਕੋਲ ਕੋਈ ਜਨਰਲ ਲਾਈਨ ਹੈਗੀ ਤਾਂ ਆਪਾਂ ਮੈਂਸ਼ਨ ਕਰ ਸਕਦੇ ਹਾਂ। ਇੱਥੇ ਆਪਾਂ ਫਸਟਲੀ ਕਨੈਕਟਰ ਯੂਜ਼ ਕੀਤਾ। ਇਟ ਇਜ਼ ਅਨਡਿਨਾਈਬਲ ਫੈਕਟ ਦੈਟ ਇਨ ਦਿਸ ਕਰੰਟ ਸਿਨੈਰੀਓ ਟੈਕਨੋਲੋਜੀ ਇਜ਼ ਪ੍ਰੋਲੀਫਰੇਟਿੰਗ ਡਰਾਸਟਿਕਲੀ। ਸਭ ਤੋਂ ਪਹਿਲਾਂ ਆਪਾਂ ਜਨਰਲ ਲਾਈਨ ਦੇਤੀ ਵੀ ਆਹ ਕਨੈਕਟਰ ਯੂਜ਼ ਕਰਕੇ। ਇਟਸ ਅਨਡਿਨਾਈਬਲ ਫੈਕਟ ਦਾ ਮਤਲਬ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੈਟ ਮੀਨਸ ਕਿ ਵੀ ਅੱਜ ਕੱਲ੍ਹ ਦੇ ਪੀਰੀਅਡ ਦੇ ਵਿੱਚ ਇਨ ਦਿਸ ਕਰੰਟ ਸਿਨੈਰੀਓ ਮੀਨਸ ਇਨ ਦਿਸ ਮਾਡਰਨ ਐਰਾ ਟੈਕਨੋਲੋਜੀ ਜਿਹੜੀ ਵੱਧ ਰਹੀ ਆ। ਪ੍ਰੋਲੀਫਰੇਟ ਹੁੰਦਾ ਵਾ ਇਨਕਰੀਜ਼, ਇਹ ਆਪਾਂ ING ਫਾਰਮ 'ਚ ਮੀਨਸ ਕੰਟੀਨਿਊਸਲੀ ਅਸੀਂ ਆਪਾਂ ING ਯੂਜ਼ ਕੀਤੀ ਆ। ਡਰਾਸਟਿਕਲੀ ਮਤਲਬ ਤੇਜ਼ੀ ਨਾਲ। ਬਾਈ ਵਰਚੂ ਆਫ ਦਿਸ ਦਾ ਮੀਨਸ ਹੁੰਦਾ ਇੱਕ ਕੋਹੈਸਿਵ ਡਿਵਾਈਸ ਆ ਜਿਹਦਾ ਮੀਨਿੰਗ ਹੁੰਦਾ ਡਿਊ ਟੂ ਦਿਸ। ਇੱਥੇ ਆਪਾਂ ਡਿਊ ਟੂ ਦਿਸ ਯੂਜ਼ ਕਰਦੇ ਹਾਂ, ਉੱਥੇ ਆਪਾਂ ਬਾਈ ਵਰਚੂ ਆਫ ਦਿਸ ਯੂਜ਼ ਕਰ ਸਕਦੇ ਹਾਂ। There are ample of transformation can be seen in cultivation to grow various crops. ਹੁਣ ਆਪਾਂ ਰੀਫਰੇਸ ਕਰਨਾ ਸਟਾਰਟ ਕਰਤਾ ਵੀ ਜਿਹੜੀਆਂ ਬਹੁਤ ਸਾਰੀਆਂ ਦੀਆਂ ਟਰਾਂਸਫਰਮੇਸ਼ਨਸ ਆ ਮੀਨਸ ਬਦਲਾਵ ਆ ਇਹ ਦੇਖੇ ਜਾ ਸਕਦੇ ਆ ਕਲਟੀਵੇਸ਼ਨ। ਕਲਟੀਵੇਸ਼ਨ ਮੀਨਸ ਐਗਰੀਕਲਚਰ ਟੂ ਗਰੋ ਵੇਰੀਅਸ ਕ੍ਰੋਪਸ, ਅਲੱਗ-ਅਲੱਗ ਕ੍ਰੋਪਸ ਨੂੰ ਗਰੋ ਕਰਨ ਦੇ ਲਈ। ਬਾਇਓ ਇੰਜੀਨੀਅਰਡ ਫੂਡ ਇਜ਼ ਵਨ ਆਫ ਦੈਮ। ਬਾਇਓ ਇੰਜੀਨੀਅਰਡ ਫੂਡ ਜਿਹੜਾ ਜੈਨੇਟਿਕਲ ਮੋਡੀਫਾਈਡ ਫੂਡ ਆ ਇਹਦਾ ਸਿਨੋਨਿਮ ਹੈ, ਇਹਨੂੰ ਆਪਾਂ ਬਾਇਓ ਇੰਜੀਨੀਅਰਡ ਫੂਡ ਵੀ ਕਹਿ ਸਕਦੇ ਆ। ਇਹ ਕਹਿੰਦੇ ਵੀ ਇਹ ਸਾਰਿਆਂ ਵਿੱਚੋਂ ਇੱਕ ਆ ਮੀਨਸ ਵਨ ਆਫ ਦੈਮ ਆ ਮੀਨਸ ਸਾਰਿਆਂ ਉਹ ਜਿਹੜੀਆਂ ਵੀ ਟਰਾਂਸਫਰਮੇਸ਼ਨ ਹੋਈਆਂ ਵਾ, ਜਿੰਨੀਆਂ ਵੀ ਟਾਈਪਸ ਆਈਆਂ, ਜਿੰਨੇ ਵੀ ਮੀਨਸ ਵੇ ਆਏ ਆ ਕਲਟੀਵੇਸ਼ਨ ਕਰਨ ਲਈ, ਜਿਹੜਾ ਬਾਇਓ ਇੰਜੀਨੀਅਰਡ ਫੂਡ ਆ ਉਹਨਾਂ ਵਿੱਚੋਂ ਇੱਕ ਵਾ। ਆਫ ਵਿਚ ਹੈਜ਼ ਨਾਟ ਮੇਅਰਲੀ ਮੈਰਿਟਸ ਬਟ ਆਲਸੋ ਡਿਮੈਰਿਟਸ। ਮੈਂ ਆਪਾਂ ਕਹਿੰਦਾ ਵੀ ਜਿਹਦੇ ਇਕੱਲੇ ਮੈਰਿਟਸ ਹੀ ਨਹੀਂਗੇ ਡਿਮੈਰਿਟਸ ਵੀ ਆ। ਇੱਥੇ ਆਪਾਂ ਕਨੈਕਟਰ ਯੂਜ਼ ਕਰ ਲਿਆ ਨਾਟ ਮੇਅਰਲੀ, ਜਿਹਨੂੰ ਆਪਾਂ ਨਾਟ ਓਨਲੀ ਕਹਿੰਦੇ ਆ। ਨਾਟ ਓਨਲੀ ਜਗ੍ਹਾ ਨਾਟ ਮੇਅਰਲੀ ਯੂਜ਼ ਕਰ ਲਿਆ ਬਟ ਆਲਸੋ ਵਾਲਾ। ਹੁਣ ਆਪਾਂ ਥੀਸਿਸ ਦੇਦਾ ਦਿਸ ਐਸੇ ਵੁੱਡ ਡਿਕੋਡ plenty of explanation points in upcoming fragments। ਵੀ ਜਿਹੜਾ ਇਹ ਐਸੇ ਆ ਡਿਕੋਡ ਹੁੰਦਾ ਡਿਸਕ੍ਰਾਈਬ, plenty of means many, explanation points describe ਕਰੂਗਾ upcoming fragments ਵਿੱਚ ਮੀਨਸ ਆਉਣ ਵਾਲੇ ਪੈਰਾਗ੍ਰਾਫ। ਫਰੈਗਮੈਂਟਸ ਦੇ ਪੈਰਾਗ੍ਰਾਫਸ। ਹੁਣ ਆਪਾਂ ਨੈਕਸਟ ਕਨੈਕਟਰ ਯੂਜ਼ ਕੀਤਾ commencing with। ਟੂ ਕਮੈਂਸ ਵਿਦ ਵੀ ਤੁਸੀਂ ਯੂਜ਼ ਕਰ ਸਕਦੇ ਆ ਪਰ commencing with ਇਸ ਲਈ ਕੀਤਾ ਵਾ ਕਿਉਂਕਿ ਇੱਕ ਜੈਰੈਂਡ ਫਾਰਮ 'ਚ ਹੈ। ਜੈਰੈਂਡ ਕਿਹਨੂੰ ਕਹਿੰਦੇ? ਜਿਹੜਾ ਵਰਡ ING ਨਾਲ ਜਿਹੜੀ ਵਰਬ ਆਪਾਂ ING ਨਾਲ ਕਰਦੇ ਆ ਉਹਨੂੰ ਕਹਿੰਦੇ ਜੈਰੈਂਡ। ਤੇ ਇਹ ਮੀਨਸ ਇਫੈਕਟਿਵ ਹੁੰਦੀ ਆ ਜੇ ਆਪਾਂ ਰਾਈਟਿੰਗ ਟਾਸਕ 2 'ਚ ਯੂਜ਼ ਕਰਦੇ ਆ, ਇਸ ਲਈ ਮੈਂ ਇੱਥੇ commencing with ਲਾਤਾ। ਫਿਰ ਆਪਾਂ ਇੱਥੇ ਇੰਟੈਰੋਗੇਟਿਵ ਕੁਐਸਚਨ ਕੀਤਾ ਸਟਾਰਟਿੰਗ ਦੇ ਵਿੱਚ।
अपने जिहड़ा राइटिंग टास्क 2 है जे आप इंटैरोगेटिव सेंटेंस एक पाने यह कि वैरायटी ऑफ सेंटेंस शो करता वा तो बट ये नसैसरी है कि अपने राइटिंग टास्क पूरे 2 दे विच एक ही इंटैरोगेटिव होना चाहिए वा। इत्थे आपां इंटैरोगेटिव सेंटेंस इत्थे पाता वाई ट्रांसजेटिक फूड इज अज्यूम्ड नोबल रेमेडी फॉर एग्रीकल्चर प्रोडक्टिविटी दैन फिर आपां क्वेश्चन मार्क पाता भी जी क्यों आ जी ट्रांसजेटिक फूड मतलब जिन्होंने आप कहते हैं बायो इंजीनियर्ड फूड उन्होंने आप ट्रांसजेटिक फूड भी कह सकते हैं मीनस ये सिनोनिम्स है जिन्होंने आप जेनेटिकल मॉडिफाइड फूड आप बायो इंजीनियर्ड फूड भी कह सकते हैं आप इत्थे यूज किया तो यदा नैक्सट सिनोनिम हैगा ट्रांसजेटिक फूड आप कहते हैं भी क्यों ये न्यू रैमडी मनी जाती है एग्रीकल्चर प्रोडक्टिविटी के लिए फिर आप प्रिडोमीनेंटली नैक्सट कोहेसिव डिवाइस यूज की प्रिडोमीनेंटली जिसका मतलब यह है भी स्टार्टिंग देयर आर नंबर ऑफ गेन्स ऑफ सच जैनर ऑफ मील मीनस बहुत सारे फायदे आ अजिहे टाइप के मील के जैनर होंगे टाइप गेन्स होंगे एडवांटेज फिर आप कोहेसिव डिवाइस नैक्सट यूज की द टॉप नॉच वन इज मतलब फर्स्ट एंड फॉरमोस्ट जिन्होंने आप लिखते हैं या फर्स्टली लिखते हैं These types of eatables are long lasting in comparison with natural foods ਆਪਾਂ कहता भी सब तो पहला फायदा की आ भी ਜਿਹੜਾ ਇਸ टाइप ਦੇ फूड ਹੁੰਦੇ ਆ जेनेटिकल मॉडिफाइड फूड्स ਜਿਨ੍ਹਾਂ ਨੂੰ ਸ਼ਾਰਟ ਫਾਰਮ GM ਫੂਡਸ ਵੀ ਕਹਿੰਦੇ ਆ ਇਹ ਕੀ ਹੁੰਦੇ ਆ ਇਹ ਲੌਂਗ ਲਾਸਟਿੰਗ ਹੁੰਦੇ ਆ ਮੀਨਸ ਇਹਨਾਂ ਦੀ ਡਿਊਰੇਬਿਲਿਟੀ ਜ਼ਿਆਦਾ ਹੁੰਦੀ ਆ ਦੂਸਰੇ ਨੈਚੁਰਲ ਜਿਹੜੇ ਫੂਡਸ ਉਹਨਾਂ ਦੇ ਕੰਪੈਰੀਜ਼ਨ ਫਿਰ ਆਪਾਂ ਨੈਕਸਟ ਯੂਜ਼ ਕੀਤਾ ਅਨਡਾਊਟਲੀ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਇਨ ਦਿਸ ਪ੍ਰੈਜ਼ੈਂਟ ਪੀਰੀਅਡ ਇੰਡੀਵਿਜੂਅਲਸ ਹੈਵ ਹੈਕਟਿਕ ਸਕੈਜੂਅਲ ਬਾਈ ਡਿੰਟ ਆਫ ਦਿਸ they can consume these edibles anytime because of prolonged lasting storage power ਸਪੋਰਟ ਚ ਆਪਾਂ ਕੀ ਕਹਤਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕਾਂ ਦਾ ਹੈਕਟਿਕ ਸਕੈਜੂਅਲ ਹੈ ਬਾਈ ਡਿੰਟ ਆਫ ਦਿਸ ਵੀ ਡਿਊ ਟੂ ਹੀ ਹੁੰਦਾ ਜਿਹਦੇ ਪਹਿਲਾਂ ਆਪਾਂ ਯੂਜ਼ ਕੀਤਾ ਸੀ ਬਾਈ ਵਰਚੂ ਆਫ ਦਿਸ ਇਹਦੀ ਜਗ੍ਹਾ ਬਾਈ ਡਿੰਟ ਆਫ ਦਿਸ ਇਹ ਵੀ ਯੂਜ਼ ਕਰ ਸਕਦੇ ਹਾਂ ਦਿਸ ਕੈਨ ਕੰਜ਼ਿਊਮ they can consume ਜਿਹੜੇ ਲੋਕ ਆ ਲੋਕਾਂ ਦੀ ਜਗ੍ਹਾ ਇੱਥੇ ਆਪਾਂ ਦੇ ਯੂਜ਼ ਕਰ ਲੈਂਦੇ ਜਿਹੜੇ ਕੰਜ਼ਿਊਮ ਕਰ ਸਕਦੇ ਆ ਖਾ ਸਕਦੇ ਐਡੀਬਲਸ ਹੁੰਦੇ ਇਟੇਬਲਸ ਮੀਨਸ ਫੂਡਸ ਦਾ ਸਿਨੋਨਿਮ ਹੈ ਕਿਸੇ ਵੀ ਟਾਈਮ ਇਹਨਾਂ ਦੀ ਲੌਂਗ ਲਾਸਟਿੰਗ ਸਟੋਰੇਜ ਪਾਵਰ ਕਰਕੇ ਲੌਂਗ ਲਾਸਟਿੰਗ ਦੀ ਜਗ੍ਹਾ ਆਪਾਂ ਦਿੱਤਾ ਪ੍ਰੋਲੋਂਗ ਲੌਂਗ ਦਾ ਸਿਨੋਨਿਮ ਹੀ ਆ ਪ੍ਰੋਲੋਂਗ ਫਿਰ ਆਪਾਂ ਐਗਜ਼ਾਮਪਲ ਦੇ ਦਈਏ ਟੂ ਸਾਈਟ ਐਨ ਐਗਜ਼ਾਮਪਲ ਜਾਂ ਟੂ ਸਾਈਟ ਐਨ ਇੰਸਟੈਂਸ it has been concluded recently through a survey of United Kingdom that chromosomal is more prevalent owing to their busy schedule of residence एग्जाम्पल का मतलब ये नहीं होंगे कि आप कोई जी रियलिटी बेस्ड एग्जाम्पल दईए अपनी टॉपिक ना रैलेवेंट होनी चाहिए तो इंटरनेशनल लैवल की एग्जाम्पल होनी चाहिए एक BP का मतलब ये होंगे भी एक अपना एक्सप्लेनेशन पॉइंट हो एक मेन पॉइंट हो फिर एक्सप्लेनेशन हो फिर वो रैलेवेंट एग्जाम्पल हो फिर वो रिजल्ट हो तो ये आप एग्जाम्पल पहला कोहेसिव डिवाइस यूज किया टू साइट एन इंस्टेंस या फॉर एग्जाम्पल सिंपली भी कह सकते हैं मैं आप कहता भी इट हैज़ बीन कनक्लूडेड एक पता लगाया गया वा रीसेंटली एक सर्वे के थ्रू जो यूनाइटेड किंगडम आ जो क्रोमोसोम होंगे फूड का सिनोनिम है GM फूड में आप क्रोमोसोमल कह सकते हैं इन्हू बायो इंजीनियर्ड फूड भी कहते हैं क्रोमोसोमल भी कह सकते हैं ट्रांसजेटिक फूड भी कह सकते हैं आप उपर सिनोनिम्स देखे थे जेनेटिकल मॉडिफाइड फूड्स भी कह सकते हैं फिर आप कहते हैं भी जो इस टाइप के फूड आ ये बहुत ज़्यादा प्रेवलेंट का मतलब की है फेमस है मीनस आम आ कॉमन है ऑन टू देयर बिजी शेड्यूल मीनस जी इस कंट्री के लोग आ यूनाइटेड किंगडम के उन्होंने तरह का फूड बहुत कॉमन है क्योंकि उन्होंने जो स्कैजूल है वो बहुत ज़्यादा बिजी आ कॉन्सिक्वेंटली फिर आप नैक्सट कोहेसिव डिवाइस यूज की कॉन्सिक्वेंटली रिजल्टेंटली भी लिख सकते हैं या एज अ रिजल्ट भी लिख सकते हैं इस जगह सच वेरिएंट ऑफ डिशेज आर इंडीड टाइम सेविंग ऑफ पीपल भी जी अजिहे प्रकार के फूड है वेरीएंट होंगे टाइप या डिशेज है एक ही है सच में ही आप कहते हैं टाइम सेविंग है लोगों का हम आप एडवांटेज दसता भी एडवांटेज की है कि लॉन्ग लास्टिंग है फिर आप एक्सप्लेनेशन करती कि अजकल लोगों का बिजी स्कैजूल है जिहदे करके की है वो इस फूड को खा सकते हैं किसी भी टाइम उन्होंने दोबारा प्रिपेयर करने की लोड़ नहीं गी क्योंकि इन्हों की लॉन्ग लास्टिंग जी स्टोरेज पावर है फिर आप एग्जाम्पल देते भी एक सर्वे के थ्रू ये पता लगाया गया वा रिजल्ट आप लिखता भी इस टाइप का फूड है बहुत ही टाइम सेविंग है लोगों का हम आप देखना भी डिसएडवांटेज की है तुसी दो भी मैंशन कर सकते हैं बट यदि लेंथ बहुत ज़्यादा हो चुकी है इसलिए आप एक ही मैंशन किया पर जे अपनी स्टेटमेंट के एडवांटेज पाया तो डिसएडवांटेज इतने एस होंगे मीनस प्लूरल फॉर्म होंगी फिर अपने लिए ये मैंडेटरी सीगा कि आप दो एडवांटेज से दो डिसएडवांटेज एक BP च लिखिए
ਜਦੋਂ ਇੱਕ ਪਾਏ ਤਾਂ ਆਪਾਂ ਇੱਕ ਲਿਖ ਸਕਦੇ ਹਾਂ जो सिंगुलर फॉर्म्स होवे। ਹੁਣ ਆਪਾਂ ਨੈਕਸਟ ਦੂਸਰੀ ਸਾਈਡ ਜਾਣ ਲਈ ਜਿੱਥੇ ਆਪਾਂ ਔਨ ਦਾ ਅਦਰ ਹੈਂਡ ਯੂਜ਼ ਕਰਦੇ ਉਹਦੀ ਜਗ੍ਹਾ ਆਪਾਂ ਯੂਜ਼ ਕਰ ਸਕਦੇ ਹਾਂ ਨੈਵਰਦਲੈਸ ਡਿਸਪਾਈਟ ਆਫ ਹੈਵਿੰਗ ਟ੍ਰੀਮੈਂਡਸ ਅਵੇਲਸ। ਵੀ ਬਹੁਤ ਜ਼ਿਆਦਾ ਜਿਹੜੇ ਅਵੇਲਸ ਹੁੰਦੇ ਬੈਨੀਫਿਟਸ ਬਹੁਤ ਸਾਰੇ ਹੁੰਦਾ ਮਤਲਬ ਟ੍ਰੀਮੈਂਡਸ। ਆਪਾਂ ਇੱਥੇ कहता ਵੀ ਡਿਸਪਾਈਟ ਆਫ ਹੈਵਿੰਗ ਅ ਟ੍ਰੀਮੈਂਡਸ ਅਵੇਲਸ ਮੀਨਸ ਬਹੁਤ ਸਾਰੇ ਫਾਇਦੇ ਹੋਣ ਦੇ ਬਾਵਜੂਦ ਵੀ ਦੇयर ਆਰ ਸਰਟਨ ਡੈਟਰੀਮੈਂਟਲ ਇੰਪੈਕਟਸ ਬਿਹਾਈਂਡ ਦਿਸ। ਵੀ ਇਹਦੇ ਬਹੁਤ ਸਾਰੇ ਜਿਹੜੇ ਫਾਇਦੇ ਆ ਉਹਨਾਂ ਦੇ ਹੋਣ ਦੇ ਬਾਵਜੂਦ ਵੀ ਕੁਝ ਸਰਟਨ ਦਾ ਮਤਲਬ ਹੁੰਦਾ ਕੁਝ ਡੈਟਰੀਮੈਂਟਲ ਇੰਪੈਕਟਸ ਹੁੰਦੇ ਬੈਡ ਇੰਪੈਕਟਸ ਬਿਹਾਈਂਡ ਦਿਸ ਮੀਨਸ ਜੇ ਇਹ ਜੈਨੇਟਿਕਲੀ ਮੋਡੀਫਾਈਡ ਫੂਡਸ ਗਰੋ ਕੀਤੇ ਜਾਂਦੇ ਇਹਦੇ ਥਰੂ ਇਸ ਟਾਈਪ ਦੇ ਥਰੂ ਕੀਤੀ ਜਾਂਦੀ ਆ ਮੀਨਸ ਕਲਟੀਵੇਸ਼ਨ ਭਾਵੇਂ ਇਹਦੇ ਫਾਇਦੇ ਹੈਗੇ ਆ ਵੀ ਇਸ ਤਰ੍ਹਾਂ ਦੇ ਫੂਡ ਲੌਂਗ ਲਾਸਟਿੰਗ ਆਪਾਂ ਐਡਵਾਂਟੇਜ ਕਿਹਾ ਪਰ ਆਪਾਂ ਕਹਿੰਦੇ ਡਿਸਐਡਵਾਂਟੇਜ ਵੀ ਆ ਮੀਨਸ ਡੈਟਰੀਮੈਂਟਲ ਇੰਪੈਕਟਸ ਵੀ ਆ ਜਿਹੜੇ ਕਿ ਇਗਨੋਰ ਨਹੀਂ ਕੀਤੇ ਜਾ ਸਕਦੇ which cannot be overlooked। ਆਪਾਂ ਕਹਿੰਦਾ ਵੀ ਜਿਹੜੇ ਇਗਨੋਰ ਨਹੀਂ ਕੀਤੇ ਜਾ ਸਕਦੇ। ਫਿਰ ਆਪਾਂ ਕੋਹੈਸਿਵ ਡੁਆਇਜ਼ ਨੈਕਸਟ ਯੂਜ਼ ਕੀਤੀ ਫਰਸਟ ਟਿਨੇਬਲ ਇਟੋਲੋਜੀ ਇਜ਼ ਫਰਸਟ ਬੀਪੀ ਚ ਕਿਹੜੀ ਯੂਜ਼ ਕੀਤੀ ਜਾਂ ਟੌਪ ਨੋਚ 1 ਇਸ ਚ ਆਪਾਂ ਯੂਜ਼ ਕਰ ਲਿਆ the first tenable etiology is harmful for some organisms namely butterflies and bees which are on the brink of extinction due to inclination of these products। ਆਪਾਂ कहता भी सब तो पहला ਤਾਂ ਨੁਕਸਾਨ ਕੀ ਆ ਵੀ ਹਾਰਮਫੁਲ ਹੁੰਦੇ ਆ ਕੁਝ ਆਰਗੇਨਿਜ਼ਮਸ ਜਿਹੜੇ ਇਨਸੈਕਟਸ ਹੁੰਦੇ ਆ ਉਹਨਾਂ ਦੇ ਜਿਵੇਂ ਆਪਾਂ ਫਿਰ ਆਪਾਂ ਨੇਮਲੀ ਪਾ ਕੇ ਲਿਖਤਾ ਵੀ ਆਹ ਵਾਲੇ ਸਪੈਸ਼ਲੀ ਜਿਹੜੇ ਹੁੰਦੇ ਆ ਬਟਰਫਲਾਈਜ਼ ਤਾਂ ਬੀਜ਼ ਜਾਂ ਬੀਜ਼ ਦੇ ਜਿਹੜੀਆਂ ਬਟਰਫਲਾਈਜ਼ ਆ ਜਾਂ ਬੀਜ਼ ਆ ਮੀਨਸ ਬੀਜ਼ ਕੀ ਹੁੰਦੀਆਂ ਮਧੂ ਮੱਖੀਆਂ ਜਾਂ ਮੱਖੀਆਂ ਹਨਾ ਉਹਨਾਂ ਦੇ ਲਈ ਇਹ ਬਹੁਤ ਹੀ ਇਹਨਾਂ ਦੇ ਹਾਰਮਫੁਲ ਇੰਪੈਕਟਸ ਆ ਕਿਉਂ ਆ ਵਿਚ ਆਰ ਔਨ ਦਾ ਬ੍ਰਿੰਕ ਆਫ ਐਕਸਟੈਂਸ਼ਨ ਕਿਤੇ ਇਹ ਖਤਮ ਹੋਣ ਦੀ ਕਗਾਰ ਤੇ ਆ ਡਿਊ ਟੂ ਇਨਕਲਾਈਨੇਸ਼ਨ ਆਫ ਥੀਸ ਪ੍ਰੋਡਕਟਸ ਇਹਨਾਂ ਪ੍ਰੋਡਕਟਸ ਦੇ ਕਰਕੇ when they do pollinize on such crops means ਜਦੋਂ ਐਵੇਂ ਦੀਆਂ ਫਸਲਾਂ ਹਨਾ ਉਗਾਈਆਂ ਜਾਂਦੀਆਂ ਵਾ ਈਸਟ ਰੈਮੇਡੀ ਨੂੰ ਅਡਾਪਟ ਕਰਕੇ ਤਾਂ ਜਦੋਂ ਉਹ ਬਰਡਸ ਆ ਬਟਰਫਲਾਈਜ਼ ਜਾਂ ਬੀਜ਼ ਆ ਪੋਲੋਨਾਈਜ਼ ਕਰਦੀਆਂ ਵਾ ਐਵੇਂ ਦੇ ਕ੍ਰੋਪਸ ਦੇ ਉੱਪਰ ਉਹਦੇ ਨਾਲ ਕੀ ਹੁੰਦਾ ਜਿਹੜੇ ਉਹ ਕੈਮੀਕਲਸ ਬਹੁਤ ਜ਼ਿਆਦਾ ਯੂਜ਼ ਕੀਤੇ ਜਾਂਦੇ ਆ ਐਵੇਂ ਦੇ ਪ੍ਰੋਡਕਟਸ ਦੇ ਵਿੱਚ ਜਦੋਂ ਜੈਨੇਟਿਕਲ ਮੋਡੀਫਾਈਡਸ ਫੂਡ ਗਰੋ ਕਰਦੇ ਤਾਂ ਬਹੁਤ ਸਾਰੀਆਂ ਪੈਸਟੀਸਾਈਡਸ ਜਾਂ ਇਨਸੈਕਟੀਸਾਈਡ ਯੂਜ਼ ਕਰਦੇ ਜਿਹਦੇ ਨਾਲ ਕੀ ਆ ਬਹੁਤ ਜ਼ਿਆਦਾ ਉਹ ਹਾਰਮਫੁਲ ਹੋ ਜਾਂਦੀ ਹੈ ਜਦੋਂ ਉਹ ਬਟਰਫਲਾਈਜ਼ ਜਾਂ ਬੀਜ਼ ਪੋਲੀਨਾਈਜ਼ ਕਰਦੀਆਂ ਐਵੇਂ ਦੇ ਫੂਡਸ ਦੇ ਉੱਪਰ ਉਹਦੇ ਨਾਲ ਕੀ ਹੁੰਦਾ ਵਾ ਕੈਮੀਕਲਸ ਵਿਚ ਆਰ ਯੂਟਿਲਾਈਜ਼ਡ ਇਨ ਆਰਡਰ ਟੂ ਗਰੋ ਆਰ ਟੇਕਨ ਬਾਈ ਦੈਮ ਮੀਨਸ ਇਹ ਜਿਹੜੇ ਯੂਟਿਲਾਈਜ਼ ਕੀਤੇ ਜਾਂਦੇ ਆ ਕੈਮੀਕਲਸ ਉਹ ਲਏ ਜਾਂਦੇ ਆ ਮੀਨਸ ਕੀ ਆ ਉਹ ਉਹਨਾਂ ਦੇ ਅੰਦਰ ਚਲੇ ਜਾਂਦੇ ਬਟਰਫਲਾਈਜ਼ ਦੇ ਅੰਦਰ ਜਾਂ ਬੀਜ਼ ਦੇ ਅੰਦਰ ਜਿਹਦੇ ਨਾਲ ਕੀ ਆ ਉਹ ਔਨ ਦਾ ਬ੍ਰਿੰਕ ਆਫ ਐਕਸਟੈਂਸ਼ਨ ਆ ਇਨ ਦਾ ਬ੍ਰਿੰਕ ਆਫ ਐਕਸਟੈਂਸ਼ਨ ਮੈਂ ਇੱਥੇ ਯੂਜ਼ ਕੀਤਾ ਇਹਦਾ ਮਤਲਬ ਇਹ ਹੁੰਦਾ ਵਾ ਵੀ ਉਹ ਖਤਮ ਹੋਣ ਦੀ ਕਗਾਰ ਤੇ ਇਸੇ ਕਰਕੇ ਕਿਉਂਕਿ ਇਸ ਟਾਈਪ ਦੇ ਜਿਹੜੇ ਫੂਡਸ ਆ ਇਹਨਾਂ ਦਾ ਇਹ ਨੁਕਸਾਨ ਆ ਆਰਗੇਨਾਈਜ਼ਮ ਦੇ ਹੋਰ ਵੀ ਬਹੁਤ ਨੁਕਸਾਨ ਆ ਬਟ ਆਪਾਂ ਇੱਥੇ ਇੱਕ ਮੈਂਸ਼ਨ ਕਰਨਾ ਸੀ ਇਸ ਲਈ ਆਪਾਂ ਇਸ ਦਾ ਇਨਵਾਇਰਨਮੈਂਟ ਨਾਲ ਰਿਗਾਰਡਿੰਗ ਲਿਖਤਾ ਫਿਰ ਆਪਾਂ ਐਗਜ਼ਾਮਪਲ ਦੇ ਦਈਏ ਇਹਦੇ ਨਾਲ ਰਿਗਾਰਡਿੰਗ ਟੂ ਕੋਰੋਬਰੇਟ ਮਾਈ ਵਿਊ ਪੁਆਇੰਟ ਫॉर ਐਗਜ਼ਾਮਪਲ ਮੈਂ ਤਾਂ ਆਲਰੇਡੀ ਦੱਸਿਆ ਤੁਸੀਂ ਲਿਖ ਸਕਦੇ ਆ ਤੇ ਆਪਾਂ ਕੀ ਕਰਨਾ ਹੁੰਦਾ ਆਪਣੇ ਕਨੈਕਟਰਸ ਕੋਹੈਸਿਵ ਡਿਵਾਈਸ ਜੋ ਵੀ ਆਪਾਂ ਯੂਜ਼ ਕਰਦੇ ਆ ਉਸ ਮੈਚ ਨਹੀਂ ਹੋਣੀਆਂ ਚਾਹੀਦੀਆਂ BP1 ਤੇ 2 ਇਸ ਲਈ ਆਪਾਂ ਡਿਫਰੈਂਟ ਲਿਖਿਆ ਵਾ ਇੱਥੇ It was ascertained by researchers of South Africa the counting of even useful insects for food chain has plummeted within a decade merely on account of such cultivation। फिर आप कहता भी एग्जाम्पल के थ्रू भी ये पता लगाया गया वा रिसर्चर्स के द्वारा साउथ अफ्रीका के जी काउंटिंग है ना एवं दे यूजफुल इंसैक्ट की फूड चेन के लिए जोड़े जरूरी है एवं दे इंसैक्ट्स वो की आ उन्होंने दी गिनती है जी घट चुकी है प्लमिट होंगे वा घटना आप प्रेजेंट परफेक्ट टेंस लिखे इसलिए आप ईडी यूज किया हैज इट ते थर्ड फॉर्म मीनस विद इन अ डिकेड मेयरली एन अकाउंट ऑफ सच कल्टीवेशन मीनस अजिही खेती करके फिर आप रिजल्ट लिखता देयर फॉर पा गए एज अ रिजल्ट भी लिख सकते हैं आप देयर फॉर ना भी आप रिजल्ट में लिख सकते हैं फिर आप डबल कंपैरेटिव रिजल्ट लिखा डबल कंपैरेटिव सेंटेंस द मोर प्रोडक्टिविटी इज अडॉप्टेड ऑफ DNA फूड्स the rose effects may manifest among insects। ਆਪਾਂ कहता भी जिन्नी ज़्यादा एवं दी खेती ਨੂੰ ਅਡਾਪਟ ਕੀਤਾ ਜਾਂਦਾ ਵਾ ਉਨੇ ਹੀ ਬੁਰੇ ਪ੍ਰਭਾਵ ਜਿਹੜੇ ਪ੍ਰੂਵ ਹੁੰਦੇ ਆ ਜਾਂ ਹੋ ਸਕਦੇ ਆ ਅਮੰਗ ਇਨਸੈਕਟਸ ਦੇ ਵਿੱਚ। ਇਹਦਾ ਫਾਇਦਾ ਆਪਾਂ ਕੀ ਦੱਸਿਆ ਵੀ ਇਹਨਾਂ ਦੀ ਲੌਂਗ ਡਿਊਰੇਬਿਲਿਟੀ ਆ ਲੋਕਾਂ ਦਾ ਹੈਕਟਿਕ ਤੇ ਜੋ ਐਕਸਪਲੇਨੇਸ਼ਨ ਦੇ ਵਿੱਚ ਜਿਹਦੇ ਨਾਲ ਲੋਕ ਕੀ ਆ ਇਸ ਟਾਈਪ ਦੇ ਫੂਡ ਨੂੰ ਖਾ ਸਕਦੇ ਆ ਤੇ ਲੰਬੇ ਸਮੇਂ ਤੱਕ ਰੱਖ ਸਕਦੇ ਆ। ਫਿਰ ਆਪਾਂ ਉਹਦੀ ਐਗਜ਼ਾਮਪਲ ਦਿੱਤੀ ਸੀ ਵੀ ਯੂਨਾਈਟਿਡ ਕਿੰਗਡਮ ਦੇ ਵਿੱਚ ਇਸ ਟਾਈਪ ਦਾ ਫੂਡ ਜਿਹੜਾ ਬਹੁਤ ਹੀ ਬੈਨੀਫੀਸ਼ੀਅਲ ਪ੍ਰੂਵ ਹੋ ਰਿਹਾ ਜਾਂ ਕਿ ਐਵੇਂ ਦੇ ਫੂਡ ਬਹੁਤ ਜ਼ਿਆਦਾ ਵਧੀਆ ਵਾ ਲੋਕਾਂ ਦੇ ਲਈ। ਐਜ਼ ਅ ਰਿਜ਼ਲਟ ਆਪਾਂ ਕੀ ਕਿਹਾ ਸੀਗਾ ਵੀ
इस टाइप के फूड है जिहड़े टाइम सेविंग हुंदे आ। नैगेटिव इफैक्ट्स आपां की किहा वा भी इस टाइप के फूड है जिहड़े जे एवं दी खेती की जाती है तो वह कुछ ऑर्गेनाइजम जिवें बटरफ्लाइज या बीज आ उन्हां दे बैड इफैक्ट्स पाउंदे आ ਜਿਹਦੇ ਨਾਲ कि वह खत्म होने की कगार ते ऑन द ब्रिंक ऑफ एक्सटेंशन। एक न्यूज़पेपर का जिहड़ा स्ट्रक्चर आ जिहड़ा आपां इत्थे यूज़ किया वा ਇਹਦਾ मतलब ये हुंदा इकट्ठा यूज़ आ ऑन द ब्रिंक ऑफ एक्सटेंशन इकट्ठा ही यूज़ हुंदा वा ते ਇਹਦਾ मतलब ये हुंदा भी खत्म होने की कगार ते आपां कहते भी इस करके खत्म होने की कगार ते जदों ये पॉलोनाइज करदे एवें दे ਜਿਹੜੇ ਕ੍ਰੀਚਰਸ ਆ ਜਾਂ ਐਵੇਂ ਦੇ ਇਨਸੈਕਟਸ ਆ ਕਰੋਪਸ ਤੇ ਉਹਦੇ ਨਾਲ ਕੀ ਹੁੰਦਾ ਵਾ ਉਹ ਕੈਮੀਕਲਸ ਉਹਨਾਂ ਦੇ ਅੰਦਰ ਚਲੇ ਜਾਂਦੇ ਆ ਜਿਹੜੇ ਕਿ ਇਹਨਾਂ ਦੇ ਉੱਪਰ ਯੂਜ਼ ਕੀਤੇ ਹੁੰਦੇ ਜਿਵੇਂ ਪੈਸਟੀਸਾਈਡਸ ਵਗੈਰਾ ਤੇ ਜਿਹਦੇ ਨਾਲ ਉਹ ਖਤਮ ਹੋ ਜਾਂਦੇ ਆ ਜਾਂ ਖਤਮ ਹੋਣ ਦੀ ਕਗਾਰ ਤੇ ਆ ਜਾਂਦੇ ਆ। ਫਿਰ ਆਪਾਂ ਐਗਜ਼ਾਮਪਲ ਦਿੱਤੀ ਇੱਥੇ ਵੀ ਰਿਸਰਚਰ ਦੇ ਦੁਆਰਾ ਜਿਹੜੇ ਸਾਊਥ ਅਫਰੀਕਾ ਦੇ ਉਹਨਾਂ ਤੋਂ ਪਤਾ ਲਗਾਇਆ ਗਿਆ ਵਾ ਵੀ ਜਿਹੜੀ ਐਵੇਂ ਦੇ ਇਨਸੈਕਟਸ ਦੀ ਕਾਊਂਟਿੰਗ ਆ ਉਹ ਬਹੁਤ ਜ਼ਿਆਦਾ ਘੱਟ ਚੁੱਕੀ ਆ ਵਿਦਨ ਅ ਡਿਕੇਡ ਮੀਨਸ 10 ਸਾਲਾਂ ਦੇ ਪੀਰੀਅਡ ਦੇ ਵਿੱਚ ਐਵੇਂ ਦੀ ਕਲਟੀਵੇਸ਼ਨ ਕਰਕੇ। ਫਿਰ ਆਪਾਂ ਰਿਜ਼ਲਟ 'ਚ ਡਬਲ ਕੰਪੈਰੇਟਿਵ ਯੂਜ਼ ਕਰਕੇ ਲਿਖਤਾ ਵੀ ਜਿੰਨੀ ਜ਼ਿਆਦਾ ਐਵੇਂ ਦੀ ਖੇਤੀ ਕੀਤੀ ਜਾਂਦੀ ਆ DNA ਫੂਡਸ ਵੀ ਸਿਮਿਲਰ ਹੀ ਹੁੰਦਾ ਵਾ GM ਫੂਡ ਨਹੀਂ ਕਹਿੰਦੇ ਆ ਤਾਂ ਉਹਨਾਂ ਹੀ ਬੁਰੇ ਪ੍ਰਭਾਵ ਇਹਦੇ ਦੇਖੇ ਜਾ ਸਕਦੇ ਆ। ਫਿਰ ਆਪਣਾ ਹੁਣ ਲਾਸਟ ਰਹਿ ਗਿਆ ਕਨਕਲੂਜਨ ਹੀ ਆਪਾਂ ਕਨੈਕਟਰ ਯੂਜ਼ ਕੀਤਾ ਟੂ ਸਮ ਅਪ albeit bioengineered modified meals have ample of positive and negative influence. From my perspective, advantages are more powerful and effective. ਆਪਾਂ ਕਹਤਾ ਵੀ ਭਾਵੇਂ albeit ਦਾ ਮਤਲਬ ਹੁੰਦਾ ਵਾ although ਜਦੋਂ ਆਪਾਂ albeit ਯੂਜ਼ ਕਰਦੇ ਕਨੈਕਟਰ ਉਹਦੇ ਨਾਲ ਜਦੋਂ ਆਪਾਂ yet ਨਹੀਂ ਯੂਜ਼ ਕਰਦੇ ਉਹਦੀ ਜਗ੍ਹਾ ਆਪਾਂ ਕੌਮਾ ਯੂਜ਼ ਕਰਦੇ ਜਦੋਂ ਆਪਾਂ although ਯੂਜ਼ ਕਰਦੇ ਹਾਂ ਉਹਦੀ ਜਗ੍ਹਾ ਆਪਾਂ ਕੌਮਾ ਵੀ ਯੂਜ਼ ਕਰ ਸਕਦੇ yet ਦੀ ਜਗ੍ਹਾ ਤੇ yet ਵੀ ਯੂਜ਼ ਕਰ ਸਕਦੇ ਦੋਨਾਂ ਵਿੱਚੋਂ ਇੱਕ। ਪਰ albeit ਜਦੋਂ ਆਪਾਂ ਕਨੈਕਟਰ ਯੂਜ਼ ਕਰ ਲਿਆ ਉਹਦੀ ਜਗ੍ਹਾ ਆਪਾਂ ਕੌਮਾ ਯੂਜ਼ ਕਰਨਾ yet ਨਹੀਂ ਕਰਨਾ ਜਿਵੇਂ ਆਪਾਂ ਇੱਥੇ ਯੂਜ਼ ਕੀਤਾ ਵਾ। ਆਪਾਂ ਕਹਿੰਦਾ ਭਾਵੇਂ ਬਾਇਓਇੰਜੀਨੀਅਰਡ ਮੋਡੀਫਾਈਡ ਮੀਲਸ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਪੋਜ਼ੀਟਿਵ ਤੇ ਨੈਗੇਟਿਵ ਇਨਫਲੂਐਂਸ ਆ ਮੀਨਸ ਇਫੈਕਟਸ ਆ ਪਰ ਮੇਰੇ ਅਕੋਰਡਿੰਗ ਜਿਹੜੇ ਐਡਵਾਂਟੇਜਸ ਜਿਹੜੇ ਜ਼ਿਆਦਾ ਇਹਦੇ ਆਪਾਂ ਆਪਣਾ ਜਿਹੜਾ ਓਪੀਨੀਅਨ ਆ ਉਹ ਕਨਕਲੂਜਨ 'ਚ ਦੇਤਾ। Hope so you must have understood how can we writing task 2 with effective way. If you have any kind of difficulty you can ask me through comments. Thanks for watching my video. Please subscribe and share my channel with your friends and family. Thanks.